ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਦੀ। ਨੌਜਵਾਨ ਵੋਟਰਾਂ 'ਚ ਫੈਡਰਲ ਲਿਬਰਲਾਂ ਦੀ ਹਰਮਨ ਪਿਆਰਤਾ ਘਟੀ। ਨੈਨੋਜ਼ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਅਗਸਤ ਦੇ ਅੰਤ ਤੱਕ ਲਿਬਰਲ 23 ਅੰਕਾਂ ਨਾਲ ਕੰਜ਼ਰਵੇਟਿਵਾਂ ਤੋਂ ਪਿੱਛੇ ਚੱਲ ਰਿਹਾ ਹੈ। ਕੈਨੇਡੀਅਨ ਪਾਸਪੋਰਟ ਧਾਰਕਾਂ ਨੂੰ ਨਹੀਂ ਮਿਲੇਗਾ ਹੁਣ ਮਿਸਰ ਲਈ ਔਨ ਅਰਾਈਵਲ ਵੀਜ਼ਾ। ਮਿਸਰੀ ਕੈਨੇਡੀਅਨਜ਼ ਨੂੰ ਭੇਜੇ ਐਲਾਨਨਾਮੇ 'ਚ ਪਰਸਪਰਤਾ ਦੇ ਸਿਧਾਂਤ ਦਾ ਦਿੱਤਾ ਗਿਆ ਹਵਾਲਾ। ਗ੍ਰੀਨ ਬੈਲਟ ਦੇ ਮਾਮਲੇ 'ਚ ਸਵਾਲ ਜਵਾਬ ਕਰਦੇ ਪੱਤਰਕਾਰਾਂ ਨਾਲ ਉਲਝੇ ਫੋਰਡ। ਹਾਊਸਿੰਗ ਮੰਤਰੀ ਦਾ ਪੱਖ ਪੂਰਿਆ ਤੇ ਗ੍ਰੀਨ ਬੈਲਟ ਪਲਾਨ ਨੂੰ ਵੀ ਦੱਸਿਆ ਸਹੀ। ਹਾਊਸਿੰਗ ਮੰਤਰੀ ਦੇ ਅਸਤੀਫੇ ਦੀ ਉੱਠ ਰਹੀ ਮੰਗ ਉੱਤੇ ਉਲਝ ਗਿਆ ਮਾਮਲਾ। ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ। 27 ਜਨਵਰੀ 2019 ਨੂੰ ਕੈਨੇਡਾ ਵਰਕ ਪਰਮਿਟ ਤੇ ਬਰੈਂਪਟਨ ਆਇਆ ਸੀ ਜਸਵਿੰਦਰ ਸਿੰਘ। ਪਿਛਲੇ ਕੁਝ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਬੇਰੋਜ਼ਗਾਰ ਸੀ ਤੇ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਗਿਆ ਸੀ। ਨੈਨੋਜ਼ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਨੌਜਵਾਨ ਵੋਟਰਾਂ 'ਚ ਫੈਡਰਲ ਲਿਬਰਲਾਂ ਦੀ ਹਰਮਨ ਪਿਆਰਤਾ ਘਟੀ ਹੈ। ਅਗਸਤ ਦੇ ਅੰਤ ਤੱਕ ਲਿਬਰਲ 23 ਅੰਕਾਂ ਨਾਲ ਕੰਜ਼ਰਵੇਟਿਵਾਂ ਤੋਂ ਪਿੱਛੇ ਚੱਲ ਰਹੇ ਸਨ। 18 ਤੋਂ 29 ਸਾਲ ਦਰਮਿਆਨ ਉਮਰ ਵਰਗ ਦੇ ਲੋਕਾਂ 'ਚ ਲਿਬਰਲ 15.97% ਅੰਕ ਲੈ ਕੇ ਤੀਜੇ ਸਥਾਨ ਤੇ ਸਨ, ਜਦਕਿ ਕੰਜ਼ਰਵੇਟਿਵ ਤੇ ਐਨਡੀਪੀ ਮੁਕਾਬਲਤਨ 39.21% ਤੇ 30.92% ਕ੍ਰਮਵਾਰ ਅੰਕਾਂ ਨਾਲ ਪਹਿਲੇ ਤੇ ਦੂਜੇ ਸਥਾਨ ਤੇ ਸਨ। ਅਗਸਤ ਦੇ ਸ਼ੁਰੂ 'ਚ ਲਿਬਰਲ 26.8% ਅੰਕਾਂ ਉੱਤੇ ਸਨ ਤੇ ਮਹੀਨੇ ਦੇ ਅੰਤ 'ਚ ਇੱਕਦਮ ਇੰਨੀ ਗਿਰਾਵਟ ਆਉਣਾ ਪਾਰਟੀ ਲਈ ਕੋਈ ਚੰਗਾ ਸੰਕੇਤ ਨਹੀਂ ਹੈ। ਦੂਜੇ ਪਾਸੇ ਕੰਜ਼ਰਵੇਟਿਵਾਂ ਲਈ ਇਹ ਚੰਗਾ ਸੰਕੇਤ ਹੈ ਕਿਉਂਕਿ ਮਹੀਨੇ ਦੇ ਸ਼ੁਰੂ ਦੇ ਵਿੱਚ ਉਹ 29.3% ਅੰਕਾਂ ਉੱਤੇ ਚੱਲ ਰਹੇ ਸਨ ਤੇ ਮਹੀਨੇ ਦੇ ਅੰਤ ਤੱਕ ਉਹਨਾਂ ਦੀ ਸਥਿਤੀ ਕਾਫੀ ਮਜ਼ਬੂਤ ਹੋਈ ਹੈ। ਨੈਨੋਜ਼ ਰਿਸਰਚ ਦੇ ਚੀਫ ਡਾਟਾ ਸਾਇੰਟਿਸਟ ਤੇ ਬਾਨੀ ਨਿਕ ਨੈਨੋਜ਼ ਨੇ ਆਖਿਆ ਹੈ ਕਿ ਜੇ ਉਹ ਲਿਬਰਲ ਹੁੰਦੇ ਤਾਂ ਉਹਨਾਂ ਨੂੰ ਕਾਫੀ ਚਿੰਤਾ ਹੋਣੀ ਸੀ। 2025 ਚ ਹੋਣ ਜਾ ਰਹੀਆਂ ਅਗਲੀਆਂ ਫੈਡਰਲ ਚੋਣਾਂ ਜਿੱਤਣ ਲਈ ਲਿਬਰਲਾਂ ਨੂੰ ਉਹਨਾਂ ਮਹਿਲਾਵਾਂ ਨੂੰ ਮੁੜ ਆਪਣੇ ਨਾਲ ਜੋੜਨਾ ਚਾਹੀਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਸੀ। ਨੌਜਵਾਨ ਵੋਟਰਾਂ ਨੂੰ ਆਪਣੇ ਨਾਲ ਜੋੜਨਾ ਚਾਹੀਦਾ ਹੈ ਤੇ ਪੁਰਸ਼ ਵੋਟਰਾਂ ਵਿੱਚ ਮੁਕਾਬਲੇਬਾਜ਼ੀ ਦਾ ਜਜ਼ਬਾ ਦਰਸਾਉਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਇਸ ਸਮੇਂ ਕੰਜ਼ਰਵੇਟਿਵ ਪੁਰਸ਼ ਵੋਟਰਾਂ ਦਰਮਿਆਨ ਚੰਗੀ ਪੈਠ ਬਣਾ ਚੁੱਕੇ ਨੇ। ਮਹਿਲਾਵਾਂ ਨੂੰ ਉਹ ਆਪਣੇ ਨਾਲ ਜੋੜ ਕੇ ਚੱਲ ਰਹੇ ਨੇ ਤੇ ਨੌਜਵਾਨ ਵੋਟਰਾਂ ਨੂੰ ਵੀ ਆਪਣੇ ਨਾਲ ਤੋਰ ਲਿਆ ਹੈ। ਨੈਨੋਜ਼ ਨੇ ਆਖਿਆ ਕਿ ਇਸ ਵਾਰੀ ਲਿਬਰਲਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਨੌਜਵਾਨ ਵੋਟਰ ਲਿਬਰਲਾਂ ਨੂੰ ਛੱਡ ਕੇ ਦੋ ਦਿਸ਼ਾਵਾਂ ਵੱਲ ਅੱਗੇ ਵਧ ਰਹੇ ਨੇ। ਉਹਨਾਂ ਦੀ ਵੋਟ ਕੰਜ਼ਰਵੇਟਿਵਾਂ ਤੇ ਐਨਡੀਪੀ ਦਰਮਿਆਨ ਵੰਡੇ ਜਾਣ ਦੀ ਸੰਭਾਵਨਾ ਹੈ। ਕੈਨੇਡੀਅਨ ਪਾਸਪੋਰਟ ਧਾਰਕ ਹੁਣ ਮਿਸਰ ਲਈ ਵੀਜ਼ਾ ਔਨ ਅਰਾਈਵਲ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ। ਗਲੋਬਲ ਅਫੇਅਰਸ ਕੈਨੇਡਾ ਦੇ ਟਰੈਵਲ ਪੇਜ ਅਨੁਸਾਰ ਐਤਵਾਰ ਤੋਂ ਮਿਸਰ ਜਾਣ ਵਾਲੇ ਕੈਨੇਡੀਅਨਜ਼ ਨੂੰ ਸਫ਼ਰ ਤੋਂ ਪਹਿਲਾਂ ਮਿਸਰ ਦੇ ਦੂਤਾਵਾਸ ਜਾਂ ਕੌਂਸੂਲੇਟ ਤੋਂ ਵੀਜ਼ਾ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ। ਹੁਣ ਤੱਕ ਯਾਤਰੀ ਕਾਹਿਰਾ ਦੇ 에ਅਰਪੋਰਟ ਤੇ ਪਹੁੰਚ ਕੇ ਵੀਜ਼ਾ ਪ੍ਰਾਪਤ ਕਰਨ ਜਾਂ ਕੈਨੇਡਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਆਨਲਾਈਨ ਪੋਰਟਲ ਰਾਹੀਂ ਵੀਜ਼ਾ ਪ੍ਰਾਪਤ ਕਰਨ ਦੇ ਯੋਗ ਸਨ। 1 ਅਕਤੂਬਰ ਤੋਂ ਮਿਸਰ ਦੀ ਨਾਗਰਿਕਤਾ ਦੇ ਸਬੂਤ ਵਾਲੇ ਕੈਨੇਡੀਅਨਜ਼ ਨੂੰ ਵੀ ਮੁਲਕ ਵਿੱਚ ਦਾਖਲ ਹੋਣ ਤੋਂ ਪਹਿਲਾਂ ਵੀਜ਼ਾ ਅਪਲਾਈ ਕਰਨਾ ਜ਼ਰੂਰੀ ਹੋਵੇਗਾ। ਇਸ ਨਿਯਮ 'ਚ ਤਬਦੀਲੀ ਤੋਂ ਪਹਿਲਾਂ ਮਿਸਰ ਦਾ ਪਾਸਪੋਰਟ, ਰਾਸ਼ਟਰੀ ਪਛਾਣ ਪੱਤਰ ਜਾਂ ਜਨਮ ਸਰਟੀਫਿਕੇਟ ਹੋਣ ਵਾਲੇ ਕੈਨੇਡੀਅਨ ਨਾਗਰਿਕ ਬਿਨਾਂ ਵੀਜ਼ੇ ਦੇ ਦੇਸ਼ ਵਿੱਚ ਦਾਖਲ ਹੋ ਸਕਦੇ ਸਨ। ਓਟਵਾ 'ਚ ਸਥਿਤ ਮਿਸਰ ਦੇ ਦੂਤਾਵਾਸ ਵੱਲੋਂ ਭੇਜੀ ਗਈ ਈਮੇਲ 'ਚ ਮਿਸਰੀ ਨਾਗਰਿਕਾਂ ਲਈ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਦਰਸਾਇਆ ਗਿਆ ਹੈ। ਸੋਮਵਾਰ ਨੂੰ ਮਿਸਰੀ ਕੈਨੇਡੀਅਨਜ਼ ਨੂੰ ਭੇਜੇ ਐਲਾਨਨਾਮੇ 'ਚ ਪਰਸਪਰਤਾ ਦੇ ਸਿਧਾਂਤ ਦਾ ਹਵਾਲਾ ਦਿੱਤਾ ਗਿਆ ਤੇ ਕਿਹਾ ਗਿਆ ਹੈ ਕਿ ਨਿਯਮ 'ਚ ਤਬਦੀਲੀ ਕੈਨੇਡੀਅਨ ਉਪਾਵਾਂ ਦਾ ਜਵਾਬ ਹੈ ਜੋ ਮਿਸਰ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਦੇ ਨੇ ਤੇ ਇਹ ਮਿਸਰ ਲਈ ਅਪਮਾਨਜਨਕ ਹੈ। CBC ਨਿਊਜ਼ ਦੁਆਰਾ ਸੰਪਰਕ ਕਰਨ ਤੇ ਮਿਸਰ ਦੇ ਦੂਤਾਵਾਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਟਿੱਪਣੀ ਲਈ ਵਿਦੇਸ਼ ਮੰਤਰੀ ਮੈਲਨੀ ਜੋਲੀ ਨਾਲ ਵੀ ਸੰਪਰਕ ਕੀਤਾ ਗਿਆ। ਇਜਿਪਸ਼ੀਅਨ ਕੈਨੇਡੀਅਨ ਬਿਜ਼ਨਸ ਨੈਟਵਰਕ ਦੇ ਪ੍ਰੈਜ਼ੀਡੈਂਟ ਆਦੇਲ ਬੁਲੋਸ ਨੇ ਕਿਹਾ ਹੈ ਕਿ ਮਿਸਰ ਦੇ ਲੋਕਾਂ ਲਈ ਕੈਨੇਡਾ ਦਾ ਵੀਜ਼ਾ ਸੌਖਾ ਨਹੀਂ ਹੈ। ਉਹਨਾਂ ਅਜਿਹੇ ਬਹੁਤ ਮਾਮਲੇ ਦੇਖੇ ਨੇ ਜਿਸ ਵਿੱਚ ਵਿਆਹ ਸ਼ਾਦੀ ਜਾਂ ਬੱਚੇ ਦੀ ਪੈਦਾਇਸ਼ ਵਰਗੇ ਮੌਕਿਆਂ ਤੇ ਵੀ ਮਿਸਰ ਵਿੱਚ ਬੈਠੇ ਮਾਪਿਆਂ ਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲਿਆ। ਪਰ ਆਦੇਲ ਦਾ ਕਹਿਣਾ ਹੈ ਕਿ ਮਿਸਰ ਸਰਕਾਰ ਇਸ ਸਥਿਤੀ ਦੇ ਹੱਲ ਲਈ ਕੈਨੇਡੀਅਨ ਅਧਿਕਾਰੀਆਂ ਨਾਲ ਮੁਲਾਕਾਤ ਅਤੇ ਗੱਲਬਾਤ ਵਰਗੇ ਹੋਰ ਵਿਕਲਪ ਅਪਣਾ ਸਕਦੀ ਸੀ। ਉਹਨਾਂ ਕਿਹਾ ਕਿ ਕੈਨੇਡਾ ਵਿੱਚ ਤਕਰੀਬਨ 3 ਲੱਖ ਮਿਸਰੀ ਰਹਿੰਦੇ ਨੇ ਤੇ ਜ਼ਿਆਦਾਤਰ ਲੋਕ ਕੈਨੇਡੀਅਨ ਪਾਸਪੋਰਟਾਂ ਤੇ ਯਾਤਰਾ ਕਰਦੇ ਨੇ, ਜਿਸ ਕਰਕੇ ਉਹਨਾਂ ਨੇ ਆਪਣੇ ਮਿਸਰ ਦੇ ਪਾਸਪੋਰਟ ਜਾਂ ਰਾਸ਼ਟਰੀ ਪਛਾਣ ਪੱਤਰ ਰੀਨਿਊ ਨਹੀਂ ਕਰਵਾਏ ਹੋਏ। ਮਿਸਰ ਨੇ ਹਾਲ ਹੀ ਦੇ ਸਾਲਾਂ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। 2011 ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਹਿੰਸਕ ਦਮਨ ਤੋਂ ਬਾਅਦ
ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਸੀ। ਮਿਸਰ ਦੇ ਟੂਰਿਸਟ ਮਿਨਿਸਟਰ ਨੇ ਅਪ੍ਰੈਲ 'ਚ ਕਿਹਾ ਸੀ ਕਿ ਮਿਸਰ ਇਸ ਸਾਲ ਰਿਕਾਰਡ ਤੋੜ 15 ਮਿਲੀਅਨ ਸੈਲਾਨੀਆਂ ਦਾ ਸਵਾਗਤ ਕਰਨ ਦੀ ਰਾਹ ਤੇ ਹੈ। ਮਿਸਰ ਦਾ ਟੀਚਾ 2028 ਤੱਕ ਸਾਲਾਨਾ 30 ਮਿਲੀਅਨ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ। ਮਿਸਰ ਦੇ ਕੁਝ ਮੀਡੀਆ ਅਦਾਰਿਆਂ ਨੇ ਸਖਤ ਵੀਜ਼ਾ ਨਿਯਮਾਂ ਦੀਆਂ ਖਬਰਾਂ ਝੂਠੀਆਂ ਹੋਣ ਦਾ ਵੀ ਦਾਅਵਾ ਕੀਤਾ, ਪਰ ਗਲੋਬਲ ਅਫੇਅਰਸ ਕੈਨੇਡਾ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਨਵੇਂ ਨਿਯਮ 3 ਸਤੰਬਰ ਤੋਂ ਲਾਗੂ ਹੋਣਗੇ। ਗ੍ਰੀਨ ਬੈਲਟ ਦੇ ਮਾਮਲੇ 'ਚ ਸਵਾਲ ਜਵਾਬ ਕਰਦੇ ਪੱਤਰਕਾਰਾਂ ਨਾਲ ਫੋਰਡ ਉਲਝ ਗਏ। ਇੱਕ ਪਾਸੇ ਤਾਂ ਉਹਨਾਂ ਵੱਲੋਂ ਓਨਟਾਰੀਓ ਦੇ ਹਾਊਸਿੰਗ ਮੰਤਰੀ ਦਾ ਪੱਖ ਪੂਰਿਆ ਗਿਆ, ਦੂਜੇ ਪਾਸੇ ਗ੍ਰੀਨ ਬੈਲਟ ਪਲਾਨ ਨੂੰ ਵੀ ਸਹੀ ਦੱਸਿਆ ਗਿਆ। ਵੀਰਵਾਰ ਸਵੇਰੇ ਫੋਰਡ ਵੱਲੋਂ ਇਟੋਬੀਕੋ ਵਿੱਚ ਨਿਊਜ਼ ਕਾਨਫਰੰਸ ਕੀਤੀ ਗਈ। ਇਸ ਸਮੇਂ ਉਹਨਾਂ ਦੇ ਨਾਲ ਲੇਬਰ ਤੇ ਐਜੂਕੇਸ਼ਨ ਮੰਤਰੀ ਵੀ ਮੌਜੂਦ ਸਨ, ਪਰ ਮਾਮਲਾ ਇੰਟੀਗ੍ਰਿਟੀ ਕਮਿਸ਼ਨਰ ਦੀਆਂ ਲੱਭਤਾਂ ਦੇ ਨਾਲ ਹਾਊਸਿੰਗ ਮੰਤਰੀ ਦੇ ਅਸਤੀਫੇ ਦੀ ਉੱਠ ਰਹੀ ਮੰਗ ਉੱਤੇ ਆ ਕੇ ਉਲਝ ਗਿਆ। ਫੋਰਡ ਨੇ ਆਖਿਆ ਕਿ ਹਾਊਸਿੰਗ ਮੰਤਰੀ ਸਟੀਵ ਕਲਾਰਕ ਦਾ ਕੰਮ ਬਹੁਤ ਔਖਾ ਹੈ ਤੇ ਉਹ ਆਪਣੇ ਅਹੁਦੇ ਉੱਤੇ ਬਣੇ ਰਹਿਣਗੇ ਤੇ ਅਗਲੇ ਦਹਾਕੇ 'ਚ ਸਰਕਾਰ ਵੱਲੋਂ 1.5 ਮਿਲੀਅਨ ਘਰਾਂ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਉਣਗੇ। ਜ਼ਿਕਰਯੋਗ ਹੈ ਕਿ ਇੰਟੀਗ੍ਰਿਟੀ ਕਮਿਸ਼ਨਰ ਵੱਲੋਂ ਬੁੱਧਵਾਰ ਨੂੰ ਇਹ ਰਿਪੋਰਟ ਕੀਤੀ ਗਈ ਸੀ ਕਿ ਕਲਾਰਕ ਵੱਲੋਂ ਮੈਂਬਰਜ਼ ਇੰਟੀਗ੍ਰਿਟੀ ਐਕਟ ਦੇ 2 ਸੈਕਸ਼ਨਸ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਬਾਅਦ ਤੋਂ ਹੀ ਕਲਾਰਕ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ। ਫਿਰ ਫੋਰਡ ਨੂੰ ਉਸ ਸਮੇਂ ਗੁੱਸਾ ਆ ਗਿਆ ਜਦੋਂ ਇੱਕ ਪੱਤਰਕਾਰ ਨੇ ਇਹ ਸਵਾਲ ਪੁੱਛਿਆ ਕਿ ਇਸ ਮਾਮਲੇ ਵਿੱਚ ਤੁਸੀਂ ਸਾਰੀ ਜ਼ਿੰਮੇਵਾਰੀ ਲਵੋਗੇ। ਫੋਰਡ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਆਖਿਆ ਕਿ ਉਹਨਾਂ ਨੂੰ ਯਕੀਨ ਹੈ ਕਿ ਤੁਹਾਡੇ ਕੋਲ ਘਰ ਹੋਵੇਗਾ ਤੇ ਤੁਸੀਂ ਇਸ ਤੋਂ ਬਾਅਦ ਆਪਣੇ ਘਰ ਜਾਵੋਗੇ, ਪਰ ਇੱਥੇ ਕਈ ਲੋਕ ਨੇ ਜਿਨ੍ਹਾਂ ਕੋਲ ਘਰ ਨਹੀਂ ਹਨ। ਅਸੀਂ ਉਹਨਾਂ ਲਈ ਘਰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਪਾਸੇ ਵੀਰਵਾਰ ਨੂੰ ਆਪਣੀ ਨਿੱਜੀ ਨਿਊਜ਼ ਕਾਨਫਰੰਸ 'ਚ ਕਲਾਰਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕੀਤਾ। ਉਧਰ ਦੂਜੇ ਪਾਸੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਵੀਰਵਾਰ ਨੂੰ ਇੱਕ ਨਿਊਜ਼ ਕਾਨਫਰੰਸ 'ਚ ਗ੍ਰੀਨ ਬੈਲਟ ਮਾਮਲੇ 'ਚ ਆਪਣੀ ਦੂਰ ਅੰਦੇਸ਼ੀ ਦੀ ਘਾਟ ਸਵੀਕਾਰਦਿਆਂ ਮਾਮਲੇ ਦੀ ਜ਼ਿੰਮੇਵਾਰੀ ਵੀ ਲਈ। ਵੱਡੀ ਗੱਲ ਇਹ ਸੀ ਕਿ ਇਸ ਦੇ ਬਾਵਜੂਦ ਉਹਨਾਂ ਵੱਲੋਂ ਅਸਤੀਫਾ ਦੇਣ ਦੀ ਕੋਈ ਗੱਲ ਨਹੀਂ ਕੀਤੀ ਗਈ, ਸਗੋਂ ਕਲਾਰਕ ਨੇ ਆਖਿਆ ਕਿ ਉਹ ਆਪਣੇ ਅਹੁਦੇ ਉੱਤੇ ਬਣੇ ਰਹਿਣਗੇ ਤੇ ਅਗਲੇ ਦਹਾਕੇ 'ਚ ਲੋਕਾਂ ਲਈ 1.5 ਮਿਲੀਅਨ ਘਰ ਬਣਾਉਣ ਦਾ ਆਪਣਾ ਟੀਚਾ ਪੂਰਾ ਕਰਕੇ ਹੀ ਸਾਹ ਲੈਣਗੇ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਲੱਗੀ ਕਿ ਕਲਾਰਕ ਵੱਲੋਂ ਅਸਤੀਫੇ ਦੀ ਮੰਗ ਉੱਠਣ ਤੋਂ ਬਾਅਦ ਵੀ ਅਸਤੀਫਾ ਨਹੀਂ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਰੱਖੀ ਗਈ ਇੱਕ ਨਿਊਜ਼ ਕਾਨਫਰੰਸ 'ਚ ਪ੍ਰੀਮੀਅਰ ਡਗ ਫੋਰਡ ਇਹ ਸਾਫ਼ ਕਰ ਚੁੱਕੇ ਸਨ ਕਿ ਕਲਾਰਕ ਆਪਣੇ ਅਹੁਦੇ ਉੱਤੇ ਬਣੇ ਰਹਿਣਗੇ। ਫੋਰਡ ਨੇ ਸਪਸ਼ਟ ਕੀਤਾ ਸੀ ਕਿ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਅਸੀਂ ਹੋਰਨਾਂ ਮੰਤਰੀਆਂ ਵਾਂਗ ਹੀ ਮੰਤਰੀ ਕਲਾਰਕ ਨਾਲ ਵੀ ਰਲ ਕੇ ਕੰਮ ਕਰਦੇ ਰਹਾਂਗੇ। ਸਾਡਾ ਸਭ ਤੋਂ ਵੱਡਾ ਟੀਚਾ ਇਸ ਸਮੇਂ ਘਰ ਤਿਆਰ ਕਰਨਾ ਹੈ। ਕਲਾਰਕ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਵੀ ਆਖਿਆ ਕਿ ਉਹ ਓਨਟਾਰੀਓ ਵਾਸੀਆਂ ਤੋਂ ਮੁਆਫੀ ਮੰਗਦੇ ਨੇ ਕਿ ਉਹ ਦੂਰ ਅੰਦੇਸ਼ੀ ਤੋਂ ਕੰਮ ਨਹੀਂ ਲੈ ਸਕੇ। ਉਹਨਾਂ ਆਖਿਆ ਕਿ ਇੰਟੀਗ੍ਰਿਟੀ ਕਮਿਸ਼ਨਰ ਵੱਲੋਂ ਉਹਨਾਂ ਦੀ ਜਿਹੜੀ ਆਲੋਚਨਾ ਕੀਤੀ ਗਈ ਹੈ ਉਹ ਉਸ ਨੂੰ ਸਵੀਕਾਰਦੇ ਨੇ ਤੇ ਉਹ ਯਕੀਨੀ ਬਣਾਉਣਗੇ ਕਿ ਲੋਕਾਂ ਦਾ ਭਰੋਸਾ ਮੁੜ ਹਾਸਲ ਕੀਤਾ ਜਾ ਸਕੇ। ਨਵੇਂ ਅੰਤਰਿਮ ਕਨਫਲਿਕਟ ਆਫ ਇੰਟਰਸਟ ਐਂਡ ਐਥਿਕਸ ਕਮਿਸ਼ਨਰ ਨੂੰ ਆਖਰਕਾਰ ਨਿਯੁਕਤ ਕਰ ਲਿਆ ਗਿਆ ਹੈ। ਇਹ ਅਹੁਦਾ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਿਆ ਸੀ। 6 ਮਹੀਨਿਆਂ ਦੇ ਕਾਰਜਕਾਲੀ ਇਸ ਅਹੁਦੇ ਉੱਤੇ ਕੌਨਰੈਡ ਵਿਨਰਿਚ ਵੌਨ ਨੂੰ ਨਿਯੁਕਤ ਕੀਤਾ ਗਿਆ ਹੈ। ਸਾਬਕਾ ਕੌਨਫਲਿਕਟ ਆਫ ਇੰਟਰਸਟ ਐਂਡ ਐਥਿਕਸ ਵਾਚਡੌਗ ਮਾਰੀਓ ਡਿਓਨ ਫਰਵਰੀ 'ਚ ਰਿਟਾਇਰ ਹੋ ਗਏ ਸਨ। ਫਿਰ ਅਪ੍ਰੈਲ 'ਚ ਮਾਰਟਿਨ ਰਿਚਰਡ ਨੇ ਇਹ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ, ਪਰ ਕੁਝ ਹਫ਼ਤਿਆਂ ਬਾਅਦ ਹੀ ਉਹਨਾਂ ਇਹ ਅਹੁਦਾ ਛੱਡ ਦਿੱਤਾ ਕਿਉਂਕਿ ਉਹ ਲਿਬਰਲ ਕੈਬਨਿਟ ਮੰਤਰੀ ਡੋਮਿਨਿਕ ਲੀਬਲਾਂਕ ਦੀ ਰਿਸ਼ਤੇਦਾਰ ਸੀ ਤੇ ਇਸ ਕਾਰਨ ਉਹਨਾਂ ਦੀ ਕਾਫੀ ਆਲੋਚਨਾ ਹੋਈ। ਉਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਚਰਡ ਦੀ ਨਿਯੁਕਤੀ ਦਾ ਪੱਖ ਪੂਰਿਆ ਸੀ ਤੇ ਪੱਤਰਕਾਰਾਂ ਨੂੰ ਇਹ ਦੱਸਿਆ ਸੀ ਕਿ ਉਹ ਐਥਿਕਸ ਕਮਿਸ਼ਨਰ ਆਫਿਸ 'ਚ ਸੀਨੀਅਰ ਅਧਿਕਾਰੀ ਰਹਿ ਚੁੱਕੀ ਹੈ ਤੇ ਉਸ ਕੋਲ ਦਹਾਕੇ ਤੋਂ ਵੀ ਲੰਬਾ ਤਜਰਬਾ ਹੈ। ਪਿਛਲੇ ਕਮਿਸ਼ਨਰ ਦੇ ਮੈਡੀਕਲ ਲੀਵ ਉੱਤੇ ਜਾਣ ਉੱਤੇ ਵੀ ਉਸੇ ਕਿਊਬੈਕ ਦੀ ਟਰਾਂਸਪੋਰਟ ਮਿਨਿਸਟਰ ਜੈਨੇਵੀਵ ਗਿਲਬੋ ਨੇ ਬਗੈਰ ਸੀਟ ਬੈਲਟ ਲਗਾਏ ਗੱਡੀ 'ਚ ਸਫ਼ਰ ਕਰਦਿਆਂ ਦੀਆਂ ਆਪਣੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਮੁਆਫੀ ਮੰਗੀ ਹੈ। ਬੁੱਧਵਾਰ ਨੂੰ ਜਰਨਲ ਡੀ ਮੌਂਟੇਰੀਅਲ ਵਿੱਚ ਪ੍ਰਕਾਸ਼ਿਤ ਹੋਈਆਂ ਤਸਵੀਰਾਂ ਪਿਛਲੇ 3 ਸਾਲਾਂ ਦੇ ਸਮੇਂ ਵਿੱਚ ਲਈਆਂ ਗਈਆਂ ਸਨ। ਇਸ ਵਿੱਚ ਜੈਨੇਵੀਵ ਦੀਆਂ ਡਰਾਈਵਿੰਗ ਸੀਟ ਤੇ ਪੈਸੇਂਜਰ ਸੀਟ ਦੋਵਾਂ ਤੇ ਬਿਨਾਂ ਸੀਟ ਬੈਲਟ ਲਗਾਏ ਬੈਠੇ ਦੀਆਂ ਤਸਵੀਰਾਂ ਹਨ। ਬੁੱਧਵਾਰ ਨੂੰ ਜੈਨੇਵੀਵ, ਜੋ ਕਿ ਡਿਪਟੀ ਪ੍ਰੀਮੀਅਰ ਵੀ ਹਨ, ਨੇ ਆਪਣੀ ਭੁੱਲ ਲਈ ਮੁਆਫੀ ਮੰਗੀ। ਉਹਨਾਂ ਕਿਹਾ ਕਿ ਆਮ ਤੌਰ ਤੇ ਅਜਿਹਾ ਨਹੀਂ ਹੁੰਦਾ ਅਤੇ ਉਹਨਾਂ ਵੱਲੋਂ ਸੀਟ ਬੈਲਟ ਨਾ ਲਗਾਉਣਾ ਇੱਕ ਅਪਵਾਦ ਸੀ, ਪਰ ਉਹਨਾਂ ਕਿਹਾ ਕਿ ਇਹ ਯਕੀਨਨ ਅਸਵੀਕਾਰਨਯੋਗ ਅਤੇ ਸੂਬਾਈ ਹਾਈਵੇ ਸੇਫਟੀ ਕੋਡ ਦੀ ਉਲੰਘਣਾ ਸੀ। 2018 ਤੋਂ ਅਕਤੂਬਰ 2022 ਤੱਕ ਜੈਨੇਵੀਵ ਪਬਲਿਕ ਸਿਕਿਉਰਿਟੀ ਮਿਨਿਸਟਰ ਸੀ, ਜਿਸ ਤੋਂ ਬਾਅਦ ਉਹ ਟਰਾਂਸਪੋਰਟ ਮਿਨਿਸਟਰ ਬਣੀ।
ਜੈਨੇਵੀਵ ਨੇ ਸਵੀਕਾਰ ਕੀਤਾ ਕਿ ਇੱਕ ਮੰਤਰੀ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਹੈ ਕਿ ਉਹ ਇੱਕ ਮਿਸਾਲ ਕਾਇਮ ਕਰਨ ਤੇ ਉਹਨਾਂ ਦੀ ਗਲਤੀ ਉਹਨਾਂ ਨੂੰ ਸੜਕਾਂ ਤੇ ਖਾਸ ਤੌਰ ਤੇ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਦੌਰਾਨ ਵਧੇਰੇ ਚੌਕਸ ਰਹਿਣ ਦੀ ਯਾਦ ਦਹਾਨੀ ਕਰਾਉਂਦੀ ਹੈ। ਜੈਨੇਵੀਵ ਨੇ ਕਿਹਾ ਕਿ ਅਸੀਂ ਸਿਆਸਤਦਾਨ ਵੀ ਬਾਕੀ ਲੋਕਾਂ ਵਾਂਗ ਇਨਸਾਨ ਹੀ ਹਾਂ ਅਤੇ ਅਸੀਂ ਵੀ ਗਲਤੀਆਂ ਕਰਦੇ ਹਾਂ। ਇੱਕ ਇਨਸਾਨ ਦੇ ਤੌਰ ਤੇ ਮੇਰੇ ਅੰਦਰ ਵੀ ਕਈ ਕਮੀਆਂ ਨੇ। ਕੁਝ ਦਿਨ ਪਹਿਲਾਂ ਹੀ ਜੈਨੇਵੀਵ ਨੇ ਸੜਕ ਸੁਰੱਖਿਆ ਦੇ ਨਵੇਂ ਉਪਾਅ ਪੇਸ਼ ਕੀਤੇ ਸਨ। ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ ਟੋਨੀ ਵਜੋਂ ਹੋਈ ਹੈ। ਟੋਨੀ 27 ਜਨਵਰੀ 2019 ਨੂੰ ਕੈਨੇਡਾ ਵਰਕ ਪਰਮਿਟ ਤੇ ਬਰੈਂਪਟਨ ਗਿਆ ਸੀ, ਜੋ ਕਿ ਹੁਣ ਐਬਸਰਫੋਰਡ ਵਿਖੇ 4 ਦੋਸਤਾਂ ਨਾਲ ਰਹਿ ਰਿਹਾ ਸੀ। ਕੈਨੇਡਾ ਰਹਿ ਰਹੇ ਸਾਥੀ ਨੌਜਵਾਨਾਂ ਨੇ ਪਰਿਵਾਰ ਨੂੰ ਦੱਸਿਆ ਕਿ 27 ਅਗਸਤ ਦੀ ਰਾਤ ਨੂੰ ਐਬਸਰਫੋਰਡ ਵਿਖੇ ਗੁਰਦੁਆਰਾ ਬੰਦਾ ਬਹਾਦਰ ਵਿਖੇ ਸੇਵਾ ਕਰਕੇ ਰਾਤ ਕਰੀਬ 10:30 ਵਜੇ ਆਪਣੇ ਰੂਮ 'ਚ ਆ ਕੇ ਸੌਂ ਗਿਆ, ਪਰ ਜਦੋਂ ਸਵੇਰੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਜਸਵਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਬੇਰੁਜ਼ਗਾਰ ਸੀ, ਜਿਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੇ ਚੱਲਦਿਆਂ ਉਸ ਨੂੰ ਕੁਝ ਸਮੇਂ ਲਈ ਵੈਨਕੂਵਰ ਦੇ ਹਸਪਤਾਲ ਵੀ ਇਲਾਜ ਲਈ ਰੱਖਿਆ ਗਿਆ ਸੀ। ਮ੍ਰਿਤਕ ਰਾਏਕੋਟ ਦੇ ਪਿੰਡ ਸੀਲੋਆਣੀ ਦਾ ਰਹਿਣ ਵਾਲਾ ਸੀ ਤੇ 4 ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਰਾਏਕੋਟ 'ਚ ਵੀ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਨੇ ਪੰਜਾਬ ਸਰਕਾਰ ਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ 'ਚ ਮਦਦ ਕੀਤੀ ਜਾਵੇ। ਐਮਰਜੈਂਸੀ ਪ੍ਰਬੰਧਨ ਮੰਤਰੀ ਬੋਵਿਨ ਮਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੁਝ ਹਿੱਸਿਆਂ ਨੂੰ ਤਬਾਹ ਕਰਨ ਵਾਲੀ ਜੰਗਲੀ ਅੱਗ ਕਾਰਨ ਐਮਰਜੈਂਸੀ ਦੀ ਸਥਿਤੀ ਨੂੰ ਵਧਾ ਰਿਹਾ ਹੈ। ਮਾ ਨੇ ਵੀਰਵਾਰ ਨੂੰ ਸੋਕੇ ਅਤੇ ਜੰਗਲ ਦੀ ਅੱਗ ਤੇ ਸੂਬਾਈ ਅਪਡੇਟ ਤੇ 2 ਹਫ਼ਤਿਆਂ ਦੇ ਵਾਅਦੇ ਦੀ ਘੋਸ਼ਣਾ ਕੀਤੀ। ਐਮਰਜੈਂਸੀ ਦੀ ਸਥਿਤੀ, ਜੋ ਕਿ ਸ਼ੁਰੂ 'ਚ 18 ਅਗਸਤ ਨੂੰ ਘੋਸ਼ਿਤ ਕੀਤੀ ਗਈ ਸੀ, ਪ੍ਰਾਂਤ ਨੂੰ ਜੰਗਲੀ ਅੱਗ ਵਰਗੀਆਂ ਆਫਤਾਂ ਦਾ ਜਵਾਬ ਦੇਣ ਲਈ ਵਾਧੂ ਸ਼ਕਤੀਆਂ ਦਿੰਦੀ ਹੈ। ਇਹ ਘੋਸ਼ਣਾ BC ਦੇ ਦੱਖਣੀ ਹਿੱਸਿਆਂ 'ਚ ਜੰਗਲੀ ਅੱਗ ਦੀਆਂ ਸਥਿਤੀਆਂ 'ਚ ਆਮ ਸੁਧਾਰ ਦੇ ਬਾਵਜੂਦ ਆਈ ਹੈ, ਜਿੱਥੇ ਮੀਂਹ ਨੇ ਜੰਗਲ ਦੀਆਂ ਕੁਝ ਅੱਗਾਂ ਨੂੰ ਸ਼ਾਂਤ ਕਰਨ 'ਚ ਮਦਦ ਕੀਤੀ ਹੈ। ਹਾਲਾਂਕਿ ਉੱਤਰ ਪੂਰਬ 'ਚ ਅੱਗ ਬੁਝਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਫੋਰਟ ਨੈਲਸਨ, ਫੋਰਟ ਸੇਂਟ ਜੌਨ, ਚੇਟਵਿੰਡ ਅਤੇ ਡਾਸਕ ਕ੍ਰੀਕ ਵਰਗੀਆਂ ਨਗਰ ਪਾਲਿਕਾਵਾਂ ਦੇ ਨੇੜੇ ਬਲਣ ਵਾਲੀਆਂ ਅੱਗਾਂ ਨੂੰ ਤੇਜ਼ ਹਵਾਵਾਂ ਦੀ ਉਮੀਦ ਕਰ ਰਹੇ ਨੇ। ਸਕੁਐਮਿਸ਼ ਲਿਲੂਏਟ ਰੀਜਨਲ ਡਿਸਟ੍ਰਿਕਟ ਨੇ ਗਨ ਲੇਕ ਦੇ ਖੇਤਰ 'ਚ ਹੋਰ ਸੰਪਤੀਆਂ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਹੈ, ਜਿੱਥੇ 95 ਵਰਗ ਕਿਲੋਮੀਟਰ ਡਾਊਨਟਾਊਨ ਲੇਕ ਵਾਈਲਡ ਫਾਇਰ ਅਜੇ ਵੀ ਕਾਬੂ ਤੋਂ ਬਾਹਰ ਹੈ। ਐਨਵਾਇਰਨਮੈਂਟ ਕੈਨੇਡਾ ਨੇ ਉੱਤਰ ਪੂਰਬੀ ਸੀ ਲਈ ਵੀਰਵਾਰ ਰਾਤ ਤੋਂ ਸ਼ਨੀਵਾਰ ਤੱਕ ਵਿਆਪਕ ਤੇਜ਼ ਹਵਾਵਾਂ ਬਾਰੇ ਇੱਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਹੈ। BC ਵਿੱਚ 3500 ਤੋਂ ਵੱਧ ਲੋਕ ਸਿੱਧੇ ਤੌਰ ਤੇ ਜੰਗਲੀ ਅੱਗ ਬੁਝਾਉਣ ਦੇ ਯਤਨਾਂ 'ਚ ਰੁੱਝੇ ਹੋਏ ਹਨ, ਜਿਨ੍ਹਾਂ ਵਿੱਚ BCWS ਸਟਾਫ, ਠੇਕੇਦਾਰ ਅਤੇ ਮੈਕਸੀਕੋ, ਦੱਖਣੀ ਅਫਰੀਕਾ, ਆਸਟ੍ਰੇਲੀਆ, ਓਨਟਾਰੀਓ ਤੇ ਕੈਨੇਡੀਅਨ ਆਰਮਡ ਫੋਰਸਿਸ ਦੇ ਕਰਮਚਾਰੀ ਸ਼ਾਮਲ ਨੇ। ਸੂਬੇ ਵਿੱਚ ਵਰਤਮਾਨ 'ਚ 422 ਸਰਗਰਮ ਜੰਗਲੀ ਅੱਗਾਂ ਬਲ ਰਹੀਆਂ ਨੇ। BCWS ਦੇ ਅਨੁਸਾਰ ਅਸਥਿਰ ਮੌਸਮ ਕਾਰਨ ਇੱਕ ਹਫ਼ਤਾ ਪਹਿਲਾਂ ਨਾਲੋਂ ਲਗਭਗ 50 ਦਾ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਕਈ ਖੇਤਰਾਂ 'ਚ ਬਿਜਲੀ ਡਿੱਗੀ ਹੈ। ਸੂਬੇ ਨੇ ਵੀਰਵਾਰ ਨੂੰ ਕਿਹਾ ਕਿ ਜੰਗਲ ਦੀ ਅੱਗ ਕਾਰਨ 4200 ਲੋਕ ਨਿਕਾਸੀ ਦੇ ਆਦੇਸ਼ ਦੇ ਅਧੀਨ ਨੇ, ਜਦਕਿ 65000 ਲੋਕ ਨਿਕਾਸੀ ਚੇਤਾਵਨੀ ਦੇ ਅਧੀਨ ਨੇ। ਹਾਲਾਤ ਬਦਲਣ ਤੇ ਉਹਨਾਂ ਨੂੰ ਤੁਰੰਤ ਆਪਣੇ ਘਰ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਹੈ। ਟੋਰਾਂਟੋ 'ਚ ਛੁਰੇਬਾਜ਼ੀ ਦੀ ਵਾਪਰੀ ਘਟਨਾ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਦਕਿ ਇੱਕ ਨੂੰ ਹਿਰਾਸਤ 'ਚ ਲੈ ਲਿਆ ਗਿਆ। ਵੀਰਵਾਰ ਨੂੰ ਰਾਤੀ 9:30 ਵਜੇ ਦੇ ਨੇੜੇ-ਤੇੜੇ ਪੁਲਿਸ ਨੂੰ ਬਾਥਰਸਟ ਸਟਰੀਟ ਤੇ ਸੇਂਟ ਕਲੀਅਰ ਐਵਨਿਊ ਇਲਾਕੇ 'ਚ ਰਿਹਾਇਸ਼ੀ ਬਿਲਡਿੰਗ 'ਚ ਸੱਦਿਆ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਇੱਕ ਮਹਿਲਾ ਚਾਕੂ ਲੱਗਣ ਕਾਰਨ ਜ਼ਖਮੀ ਹਾਲਤ 'ਚ ਮਿਲੀ। ਉਸ ਨੂੰ ਗੰਭੀਰ ਹਾਲਤ 'ਚ ਟਰਾਮਾ ਸੈਂਟਰ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਹੀ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੱਕੀ ਤੇ ਮਹਿਲਾ ਵਿਚਾਲੇ ਕੀ ਰਿਸ਼ਤਾ ਸੀ, ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਉਹਨਾਂ ਨੇ ਪਿਛਲੇ ਹਫ਼ਤੇ ਐਟਲਾਂਟਾ ਦੀ ਫੁਲਟਨ ਕਾਉਂਟੀ ਜੇਲ੍ਹ 'ਚ ਆਤਮ ਸਮਰਪਣ ਕੀਤਾ ਸੀ, ਜਿੱਥੇ ਕਿ ਉਹਨਾਂ ਦਾ ਮਗ ਸ਼ਾਟ ਲਿਆ ਗਿਆ ਸੀ। ਟਰੰਪ ਨੇ ਇਸ ਕੇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਵਾਰ-ਵਾਰ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਕੁੱਲ ਮਿਲਾ ਕੇ ਟਰੰਪ ਨੂੰ ਜਾਰਜੀਆ ਦੇ ਅਧਿਕਾਰੀਆਂ ਉੱਤੇ ਉਸ ਸੂਬੇ 'ਚ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਕਥਿਤ ਤੌਰ ਤੇ ਦਬਾਅ ਪਾਉਣ ਲਈ ਧੋਖਾਧੜੀ ਸਣੇ 13 ਸੰਗੀਨ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਨੂੰ ਦਾਇਰ ਇੱਕ ਅਦਾਲਤੀ ਦਸਤਾਵੇਜ਼ 'ਚ ਟਰੰਪ ਨੇ ਕਿਹਾ ਕਿ ਉਹ ਦੋਸ਼ਾਂ ਦੀ ਪ੍ਰਕਿਰਤੀ ਅਤੇ ਅਦਾਲਤ 'ਚ ਪੇਸ਼ ਹੋਣ ਦੇ ਆਪਣੇ ਅਧਿਕਾਰ ਨੂੰ ਪੂਰੀ ਤਰ੍ਹਾਂ ਨਾਲ ਸਮਝਦੇ ਨੇ। ਜਾਰਜੀਆ ਕਾਨੂੰਨ ਅਪਰਾਧਿਕ ਬਚਾਓ ਪੱਖਾਂ ਨੂੰ ਉਹਨਾਂ ਦੀ ਵਿਅਕਤੀਗਤ ਪੇਸ਼ੀ ਨੂੰ ਛੱਡਣ
ਅਤੇ ਅਦਾਲਤੀ ਫਾਈਲਿੰਗ ਦੁਆਰਾ ਇੱਕ ਰਸਮੀ ਪਟੀਸ਼ਨ ਦਾਖਲ ਕਰਨ ਦੀ ਇਜਾਜ਼ਤ ਦਿੰਦਾ ਹੈ। ਟਰੰਪ ਨੇ 2026 'ਚ ਸੁਣਵਾਈ ਦੀ ਮੰਗ ਕਰਦਿਆਂ ਸਕਾਟਬੋਰੋ ਬॉयਜ਼ ਮਾਮਲੇ ਦਾ ਹਵਾਲਾ ਦਿੰਦੇ ਹੋਏ ਇੱਥੇ ਗੱਲ ਕੀਤੀ। ਹਾਲਾਂਕਿ ਜੱਜ ਚੁਟਕਨ ਨੇ ਕਿਸੇ ਵੀ ਤੁਲਨਾ ਨੂੰ ਖਾਰਜ ਕਰ ਦਿੱਤਾ। ਟਰੰਪ ਨੇ ਰਸਮੀ ਤੌਰ ਤੇ ਜੱਜ ਨੂੰ ਆਪਣੇ ਮਾਮਲੇ ਨੂੰ ਆਪਣੇ ਸਹਿ ਮੁਲਜ਼ਮਾਂ ਤੋਂ ਵੱਖ ਕਰਨ ਲਈ ਵੀ ਕਿਹਾ, ਜਿਹੜੇ ਜਲਦ ਸੁਣਵਾਈ ਚਾਹੁੰਦੇ ਨੇ। ਟਰੰਪ ਦੇ ਵਕੀਲ ਸਟੀਵਨ ਸੈਡੋ ਦਾ ਕਹਿਣਾ ਹੈ ਕਿ ਉਹਨਾਂ ਕੋਲ 23 ਅਕਤੂਬਰ 2023 ਤੱਕ ਆਪਣੇ ਮਾਮਲੇ ਦੀ ਸੁਣਵਾਈ ਲਈ ਤਿਆਰ ਰਹਿਣ ਲਈ ਲੋੜੀਂਦਾ ਸਮਾਂ ਨਹੀਂ ਹੋਵੇਗਾ ਅਤੇ ਉਹਨਾਂ ਨੂੰ ਸੁਣਵਾਈ ਦੀ ਤਰੀਕ ਲਈ ਮਜਬੂਰ ਕਰਨਾ ਨਿਰਪੱਖ ਸੁਣਾਈ ਅਤੇ ਕਾਨੂੰਨ ਦੀ ਉਚਿਤ ਪ੍ਰਕਿਰਿਆ ਲਈ ਰਾਸ਼ਟਰਪਤੀ ਟਰੰਪ ਦੇ ਫੈਡਰਲ ਅਤੇ ਸੂਬਾਈ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸਾਰਾ ਪੀਟਰਸੌਂਕ ਨਾਂ ਦੀ ਔਰਤ ਨੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕੀਤੀ ਤੇ ਹੁਣ ਉਹ 106 ਸਾਲ ਦੀ ਹੋ ਚੁੱਕੀ ਹੈ। ਹਾਲਾਂਕਿ ਉਸ ਦੀ ਲੰਬੀ ਉਮਰ ਦਾ ਰਾਜ਼ ਉਸ ਦੀ ਜ਼ਿੰਦਾ-ਦਿਲੀ ਹੈ, ਜਿਸ ਕਾਰਨ ਉਹ ਇਸ ਪੜਾਅ ਤੇ ਵੀ ਆਪਣਾ ਜਨਮ ਦਿਨ ਮਨਾਉਣ ਲਈ ਕੈਸੀਨੋ ਜਾਂਦੀ ਹੈ ਤੇ ਤਾਸ਼ ਖੇਡਣ 'ਚ ਕੋਈ ਝਿਜਕ ਨਹੀਂ ਰੱਖਦੀ। ਇਸ ਵਾਰ ਉਸ ਦਾ ਜਨਮ ਦਿਨ ਬਹੁਤ ਖੁਸ਼ਕਿਸਮਤ ਰਿਹਾ ਤੇ ਉਸ ਨੇ ਜੈਕਪਾਟ ਜਿੱਤਿਆ। ਸਾਰਾ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਮਿਲਵਾਕੀ ਅਮਰੀਕਾ 'ਚ ਬਿਤਾਈ, ਆਪਣੀ ਲੰਬੀ ਉਮਰ ਲਈ ਪਹਿਲਾਂ ਹੀ ਮਸ਼ਹੂਰ ਹੈ। ਉਹ ਵਰਤਮਾਨ 'ਚ ਇੱਕ ਰਿਟਾਇਰਮੈਂਟ ਕਮਿਊਨਿਟੀ 'ਚ ਰਹਿੰਦੀ ਹੈ ਤੇ ਹਰ ਸਾਲ ਆਪਣਾ ਜਨਮ ਦਿਨ ਮਨਾਉਣ ਲਈ ਪੋਟਾਵਾਟੋਮੀ ਕੈਸੀਨੋ ਜਾਂਦੀ ਹੈ। ਇਸ ਵਾਰ ਜਦੋਂ ਉਹ ਸਲਾਟ ਮਸ਼ੀਨ ਤੇ ਖੇਡ ਰਹੀ ਸੀ ਤਾਂ ਉਸ ਦਾ ਜੈਕਪਾਟ ਲੱਗ ਗਿਆ। ਉਸਨੇ ਗਲਤੀ ਨਾਲ 50 ਦੀ ਬਜਾਏ 400 ਦਬਾ ਦਿੱਤਾ ਸੀ ਤੇ ਉਸ ਨੂੰ 1000 ਅਮਰੀਕੀ ਡਾਲਰ ਦਾ ਜੈਕਪਾਟ ਮਿਲ ਗਿਆ। ਇਹ ਰਕਮ ਭਾਰਤੀ ਕਰੰਸੀ ਵਿੱਚ ਲਗਭਗ 83,000 ਰੁਪਏ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਉਸ ਨੂੰ ਕੈਸੀਨੋ ਵੱਲੋਂ ਦੁੱਗਣੀ ਰਕਮ ਦਿੱਤੀ ਗਈ। ਸਾਰਾ ਦੇ ਭਤੀਜੇ ਨੇ ਦੱਸਿਆ ਕਿ ਉਸ ਨੂੰ ਇੰਨੇ ਪੈਸੇ ਮਿਲੇ ਹਨ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਇਹਨਾਂ ਪੈਸਿਆਂ ਦਾ ਕੀ ਕੀਤਾ ਜਾਵੇ। ਫਿਰ ਵੀ ਉਹ ਇੱਕ ਚੰਗੀ ਚੋਣ ਕਰੇਗੀ। ਕੈਸੀਨੋ ਵੱਲੋਂ ਦੱਸਿਆ ਗਿਆ ਕਿ ਸਾਰਾ ਹਰ ਸਾਲ ਇੱਥੇ ਆਪਣਾ ਜਨਮ ਦਿਨ ਮਨਾਉਂਦੀ ਹੈ। ਇਸ ਵਾਰ ਵੀ ਉਸ ਦੀ ਜਿੱਤ ਦੀ ਖਬਰ ਸੁਣ ਕੇ ਅਸੀਂ ਖੁਸ਼ ਹੋਏ ਹਾਂ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਨੌਜਵਾਨ ਵੋਟਰਾਂ 'ਚ ਫੈਡਰਲ ਲਿਬਰਲਾਂ ਦੀ ਹਰਮਨ ਪਿਆਰਤਾ ਘਟੀ। ਨੈਨੋਜ਼ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਅਗਸਤ ਦੇ ਅੰਤ ਤੱਕ ਲਿਬਰਲ 23 ਅੰਕਾਂ ਨਾਲ ਕੰਜ਼ਰਵੇਟਿਵਾਂ ਤੋਂ ਪਿੱਛੇ ਚੱਲ ਰਿਹਾ ਹੈ। ਕੈਨੇਡੀਅਨ ਪਾਸਪੋਰਟ ਧਾਰਕਾਂ ਨੂੰ ਨਹੀਂ ਮਿਲੇਗਾ ਹੁਣ ਮਿਸਰ ਲਈ ਔਨ ਅਰਾਈਵਲ ਵੀਜ਼ਾ। ਮਿਸਰੀ ਕੈਨੇਡੀਅਨਜ਼ ਨੂੰ ਭੇਜੇ ਐਲਾਨਨਾਮੇ 'ਚ ਪਰਸਪਰਤਾ ਦੇ ਸਿਧਾਂਤ ਦਾ ਦਿੱਤਾ ਗਿਆ ਹਵਾਲਾ। ਗ੍ਰੀਨ ਬੈਲਟ ਦੇ ਮਾਮਲੇ 'ਚ ਸਵਾਲ ਜਵਾਬ ਕਰਦੇ ਪੱਤਰਕਾਰਾਂ ਨਾਲ ਉਲਝੇ ਫੋਰਡ। ਹਾਊਸਿੰਗ ਮੰਤਰੀ ਦਾ ਪੱਖ ਪੂਰਿਆ ਤੇ ਗ੍ਰੀਨ ਬੈਲਟ ਪਲਾਨ ਨੂੰ ਵੀ ਦੱਸਿਆ ਸਹੀ। ਹਾਊਸਿੰਗ ਮੰਤਰੀ ਦੇ ਅਸਤੀਫੇ ਦੀ ਉੱਠ ਰਹੀ ਮੰਗ ਉੱਤੇ ਉਲਝ ਗਿਆ ਮਾਮਲਾ। ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ। 27 ਜਨਵਰੀ 2019 ਨੂੰ ਕੈਨੇਡਾ ਵਰਕ ਪਰਮਿਟ ਤੇ ਬਰੈਂਪਟਨ ਆਇਆ ਸੀ ਜਸਵਿੰਦਰ ਸਿੰਘ। ਪਿਛਲੇ ਕੁਝ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਬੇਰੁਜ਼ਗਾਰ ਸੀ ਤੇ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਗਿਆ ਸੀ।